है 198-99% ऑक्सीजन चल रही है, खा पी रहे हैं, गल्लां बातां मार रहे हैं, हस्बैंड नाल भी गल होगी, सारा कुछ नॉर्मल है, घबराने की कोई गल। लेडीज घर ही ने या हॉस्पिटल ले जाया गया? लेडीज़ हाँ जी, नहीं हॉस्पिटल ने इस टाइम हॉस्पिटल है क्योंकि ਹੁਣ है कि ਅਸੀਂ ब्लड सैंपल भी चेक कर लवांगे क्योंकि वो प्रैगनेंट है कि खून ना कमी होए वो ना होए वो भी करके जो ਸਾਨੂੰ ਲੱਗਦਾ ਲੋੜੀਂਦੀ ਦਵਾਈ ਦੇਣੀ ਉਹ ਵੀ ਦੇ ਕੇ ਬੀਤੇ ਕੁਝ ਮਹੀਨਾ ਪਹਿਲਾਂ ਜਦੋਂ ਇਹ ਗੈਸਟ੍ਰਿਕ ਕਾਂਡ ਹੋਇਆ ਸੀਗਾ ਉਦੋਂ ਮਾਸਕ ਵਗੈਰਾ ਕਾਫੀ ਵਰਤੇ ਗਏ ਸੀ ਪਰ ਦੂਰ ਦੂਰ ਤੱਕ ਮਾਸਕ ਦੀ ਕੋਈ ਉਹ ਦੇਖਣ ਨੂੰ ਨਹੀਂ ਮਿਲ ਰਿਹਾ ਕਿ ਬਿਲਕੁਲ ਨਾਰਮਲ ਹੈ ਸਭ ਕੁਝ ਕਿਉਂਕਿ ਦਰਸ਼ਕਾਂ ਨੂੰ ਦੱਸ ਦਿਓ ਕਿ ਕਾਫੀ ਜਿਹੜਾ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣ ਜਾਂਦਾ ਦੇਖੋ ਤੁਸੀਂ ਆਪ ਵੀ ਆਪਣੀ ਗੱਲ 'ਚ ਕਹਿਤਾ ਸਾਰੇ ਵਿਦਆਊਟ ਮਾਸਕ ਗਟਰ ਦੇ ਉੱਪਰ ਖੜੇ ਹੈ ਜੇ ਇਦਾਂ ਦਾ ਇਨਸੀਡੈਂਟ ਹੁੰਦਾ ਪੁਰਾਣਾ ਤੁਸੀਂ ਵੇਖਿਆ ਸੀ ਕੋਈ ਲਾਗੇ ਆਉਂਦਾ ਉਸ ਵੇਲੇ ਡਿੱਗ ਜਾਂਦਾ ਹੈ ਹੁਣ ਤਾਂ ਤੁਸੀਂ ਸਾਰੇ ਖੜੇ ਹੋ ਫਿਰ ਇੱਕ ਨੈਚੁਰਲੀ ਇੱਕ ਆਪਣੀ ਪ੍ਰੂਫ ਹੈ ਕਿ ਕੋਈ ਇਦਾਂ ਦਾ ਕੋਈ ਲੈਣਾ ਦੇਣਾ ਹੁਣ ਤੱਕ ਕਿੰਨੇ ਜਿਹੜੇ ਹਸਪੀਟਲ ਜਾ ਚੁੱਕੇ ਨੇ ਜਾਂ ਫਿਰ ਦੇਖੋ ਜੀ ਇੱਕ ਜਿਹੜੀ ਮੇਨ ਸੀਗੀ ਜਿਹੜੀ ਪ੍ਰੈਗਨੈਂਟ ਲੇਡੀ ਜਿਹਦੇ ਕਰਕੇ ਇਨਫੋਰਮੇਸ਼ਨ ਆਈ ਉਹ ਪ੍ਰੈਗਨੈਂਟ ਸੀਗੀ ਔਰ ਵੀਕਨੈਸ ਕਰਕੇ ਉਹਨਾਂ ਨੂੰ ਇੱਕ ਚੱਕਰ ਆਇਆ ਉਹ ਠੀਕ ਨੇ ਬਿਲਕੁਲ ਤੇ ਦੂਸਰੀ ਇੱਕ ਲੇਡੀ ਆਈ ਹੈ ਉਹ ਬ੍ਰੈਥਲੈਸਨੈਸ ਕਰਕੇ ਆਈ ਸੀਗੀ ਉਹ ਉਹਨਾਂ ਨੂੰ ਪਹਿਲਾਂ ਹੀ ਸਾਹ ਦੀ ਪ੍ਰੋਬਲਮ ਸੀ ਕਿਉਂਕਿ ਮੌਕੇ ਤੇ ਖੜੇ ਆ ਜੇ ਮੇਰੇ ਲਾਗੋਂ ਅਸੀਂ ਤਾਂ ਪਹਿਲਾਂ ਹੀ ਉਸੇ ਵੇਲੇ ਟਾਈਮ ਇਵੈਕੂਏਟ ਕਰਾ ਦਿੱਤਾ ਉਹ ਬਾਹਰੋਂ ਕਿਤੇ ਉਹਨਾਂ ਨੂੰ ਕਿਤੇ ਵੀਕਨੈਸ ਆਈ ਹੈ ਪਹਿਲਾਂ ਸਾਹ ਦੀ ਪ੍ਰੋਬਲਮ ਉਹ ਦਾਖਲ ਹੋ ਗਏ ਉਹ ਵੀ ਫਾਈਨ ਨੇ ਉਹ ਵੀ ਖਾ ਪੀ ਰਹੇ ਨੇ ਜਲਦੀ ਉਹਨਾਂ ਡਿਸਾਰਜ ਕਰ ਕਿਤੇ ਨਾ ਕਿਤੇ ਇਹੀ ਦੇਖਣ ਨੂੰ ਮਿਲਿਆ ਕਿ ਜਿਹੜਾ ਦਿਮਾਗ ਦੇ ਵਿੱਚ ਬਹਿ ਗਿਆ ਕਿ ਉਹੀ ਪੁਰਾਣੀ ਤਸਵੀਰ ਫਿਰ ਦੁਬਾਰਾ ਤੋਂ ਆ ਜਾਂਦੀ ਹੈ ਕਿ ਕੋਈ ਬੇਹੋਸ਼ ਹੋ ਗਿਆ ਜਾਂ ਫਿਰ ਗੈਸ ਦੇਖੋ ਜੀ ਇਹ ਜਿਹੜੀਆਂ ਚੀਜ਼ਾਂ ਇਹ ਤੇ ਰੱਬ ਜਾਣਦਾ ਬਟ ਸਾਡਾ ਇੱਕ ਫਰਜ਼ ਹੈ ਕਿ ਅਸੀਂ ਜੇ ਅਸੀਂ ਪਹਿਲਾਂ ਮਹੀਨੇ ਬਾਅਦ ਚੈਕਿੰਗ ਕਰ ਰਹੇ ਸੀ ਅਸੀਂ ਹਫਤੇ ਬਾਅਦ ਕਰੀ ਇਹ ਹੁਣ ਸਾਡਾ ਰੂਟੀਨ ਵਰਕ ਸੀਗਾ ਸਾਡੇ ਜਿਹੜੇ ਪਾਣੀ ਦੇ ਸੈਂਪਲ ਚੈੱਕ ਹੋ ਰਹੇ ਆ ਐਚਯੂਐਸ ਮੀਟਰ ਹੈ ਉਹ ਵੀ ਕੰਟੀਨਿਊ ਚੈੱਕ ਕਰ ਰਿਹਾ ਪੁਲਿਸ ਟੀਮ ਆਪਣੀ ਗਸ਼ਤ ਕਰ ਰਹੀ ਹੈ ਇਸ ਕਰਕੇ ਸਾਡਾ 24 ਘੰਟੇ ਇੱਥੇ ਕੰਮ ਕਰਦੇ ਰਵਾਂਗੇ ਅਸੀਂ ਸਾਡੀ 100% ਤਾਂ ਨਹੀਂ ਕਿ ਸਾਡੇ 99% ਹੈ ਕਿ ਅਸੀਂ ਇੰਸੀਡੈਂਟ ਹੋ ਜਾਏ ਸਭ ਕੁਝ ਨੋਰਮਲ ਹੈ ਬਿਲਕੁਲ ਨੋਰਮਲ ਜੀ ਲੋਕੀ ਬਿਲਕੁਲ ਨੋਰਮਲ ਵਰਕਆਊਟ ਕਰਨਗੇ ਨੋਰਮਲ ਆਪਾਂ ਧਿਆਨ ਵਿੱਚ ਰੱਖੀਏ ਤਾਂ ਉਹ ਹਾਦਸਾ ਕੋਈ ਛੋਟਾ ਹਾਦਸਾ ਨਹੀਂ ਸੀ ਸੰਸਾਰ ਵਿੱਚ ਇੱਕ ਇਕਲੌਤਾ ਇਹੋ ਜਿਹਾ ਹਾਦਸਾ ਜਿਸ ਵਿੱਚ 11 ਮੌਤਾਂ ਇੱਕੋ ਸਮੇਂ ਤੇ ਇੱਕੋ ਗੈਸ ਕਾਰਨ ਹੋਈਆਂ ਸੀ ਸੋ ਅੱਜ ਅਗਰ ਇਹ ਕਿਸੇ ਦੀ ਸ਼ੱਕ ਵੀ ਪੈਦਾ ਹੋਇਆ ਜਾਂ ਅਲਾਰਮ ਵੀ ਸੀਗਾ ਤਾਂ ਐਡਮਿਨਿਸਟ੍ਰੇਸ਼ਨ ਨੇ ਇਸ 'ਤੇ ਬਹੁਤ ਖੂਬਸੂਰਤੀ ਨਾਲ ਰਿਸਪੌਂਡ ਕੀਤਾ ਸਾਡੇ ਸਾਰੇ ਮਹਿਕਮੇ ਸਾਡੇ ਹੈਲਥ ਮਹਿਕਮਾ ਅਸੀਂ ਸਾਰੇ ਮੌਕੇ 'ਤੇ ਮੌਜੂਦ ਹਾਂ ਸਿਰਫ ਉਸ ਸ਼ੱਕ ਨੂੰ ਦੂਰ ਕਰਨ ਵਾਸਤੇ ਹੀ ਸਰ ਕਿਹਾ ਗਿਆ ਵਾ ਕਿ ਇਹਨਾਂ ਦੀ ਜਿਹੜੀ ਵਾਈਫ ਆ ਪ੍ਰੈਗਨੈਂਟ ਸੀਗੀ ਉਹਨਾਂ ਨੂੰ ਗੈਸ ਦੇ ਕਾਰਨ ਉਹ ਬੇਹੋਸ਼ ਹੋ ਗਏ ਨੇ ਦੇਖੋ ਸਰ ਆਪਾਂ ਅਗਰ ਪੁਰਾਣਾ ਹਾਦਸਾ ਯਾਦ ਕਰੀਏ ਤਾਂ ਕਿਸੇ ਦੇ ਵੀ ਜ਼ਿਹਨ ਦੇ ਵਿੱਚ ਪੈਨਿਕ ਹੋ ਸਕਦਾ ਹੈ ਕੋਈ ਵੀ ਸਧਾਰਨ ਬੰਦਾ ਜਾਂ ਕੋਈ ਆਫਿਸਰ ਉਸ 'ਚੋਂ ਹਲੇ ਪੂਰੀ ਤਰ੍ਹਾਂ ਉੱਭਰਿਆ ਨਹੀਂ ਹੈ ਸੋ ਅਗਰ ਉਸ ਲੇਡੀ ਨੂੰ ਇਹ ਮਹਿਸੂਸ ਹੋਇਆ ਕਿ ਮੈਨੂੰ ਸੇਮ ਸਮੈਲ ਆ ਰਹੀ ਹੈ ਜਾਂ ਮੈਨੂੰ ਸੇਮ ਸਿੰਪਟਮ ਆ ਰਹੇ ਨੇ ਚਾਹੇ ਉਹ ਸਿੰਪਟਮ ਉਹਦੀ ਪ੍ਰੈਗਨੈਂਸੀ ਨਾਲ ਰਿਲੇਟਡ ਹੈ ਜਾਂ ਘਬਰਾਹਟ ਨਾਲ ਰਿਲੇਟਡ ਹੈ ਜਾਂ ਖੂਨ ਦੀ ਕਮੀ ਨਾਲ ਰਿਲੇਟਡ ਹੈ ਹਲੇ ਇਵੈਲੂਏਟ ਕਰ ਰਹੇ ਹਾਂ ਪਰ ਗੈਸ ਲੀਕ ਦਾ ਜੋ ਪ੍ਰੋਪਰ ਉਹ ਸੀਗੀ ਅਫਵਾਹ ਸੀ ਉਹ ਹਾਲੇ ਤੱਕ ਪੁਸ਼ਟੀ ਨਹੀਂ ਹੋ ਪਾਈ ਉਸ ਜਿਹੜੇ ਪੀੜਿਤ ਸੀਗੇ ਉਹ ਸਿਵਲ ਹਸਪਤਾਲ ਗਏ ਨੇ ਨਹੀਂ ਉਹ ਓਸਵਾਲ ਹਸਪੀਟਲ ਹੈ ਓਸਵਾਲ ਹਸਪੀਟਲ ਇੱਥੋਂ ਨੀਅਰੈਸਟ ਹੈ ਇਸ ਕਰਕੇ ਉਹ ਓਸਵਾਲ ਹਸਪੀਟਲ ਵੱਲ ਰਸ਼ ਹੋਏ ਸੀ ਜਾਣਕਾਰੀ ਮੁਤਾਬਕ ਕਿ ਉਹਨਾਂ ਨੂੰ ਕੋਈ ਗੱਲ ਹੋ ਸਕੀ ਹੈ ਨਹੀਂ ਜਾਣਕਾਰੀ ਮੁਤਾਬਕ ਸ਼ੀ ਇਜ਼ ਸਟੇਬਲ ਉਹਨਾਂ ਦਾ ਸੈਚੂਰੇਸ਼ਨ ਠੀਕ ਹੈ ਉਹ ਮੈਡੀਕਲ ਇਵੈਲੂਏਸ਼ਨ ਦੇ ਅੰਡਰ ਨੇ और उन्होंने इस वक्त किसी किस्म की कोई तकलीफ नहीं हॉस्पिटल में है कोई गैस से भी बात हुई है वो इज आउट ऑफ डेंजर ऐसा कुछ नहीं सर कोई गैस वगैरह जी जितना की इंफॉर्मेशन मिली सी कोई हो जी गैस मिली है या फिर नॉर्मल है सारा कुछ ऐसी कोई गैस यहाँ पे डिटेक्ट नहीं हुआ जैसे लास्ट टाइम हाइड्रोजन सल्फाइड थी तो डाउट उसी का हो रहा था बट ऐसी कोई गैस यहाँ पे नहीं डिटेक्ट हुई है और ऑक्सीजन लेवल बिल्कुल नॉर्मल है कोई पैनिक सिचुएशन नहीं है कोई हो जी इंडस्ट्रीयल गैस कोई या पहला भी ਜਿਹੜੀ ਚੈਕਿੰਗ ਕੀਤੀ ਸੀ ਉਹਦੇ ਵਿੱਚ ਕੋਈ ਇੰਡਸਟਰੀਅਲ ਗੈਸ ਸੀਗੀ ਜਾਂ ਫਿਰ ਇਸ ਦੇ ਵਿੱਚ ਕੀ ਫਰਕ ਹੈ ਅੱਜ ਕਿ ਲੋਕਾਂ ਦਾ ਵਹਿਮ है लास्ट टाइम हाइड्रोजन सल्फाइड थी तो पैनिक सिचुएशन बनना स्वाभाविक है क्योंकि ये सेम स्पॉट था बट अभी ऐसी कोई सिचुएशन नहीं है तो मैं यही कहना चाहूँगा कि ऐसी मतलब अफवाहों में ना आए और ऐसी कोई पैनिक सिचुएशन नहीं है नॉर्मल है कार भी चेकिंग कर लेती गई जिससे कंप्लेंट आई हाँ एक कर लिया है तो बिल्कुल नॉर्मल लेवल दिखा रहे हैं और एक बार फिर से हम उसको देख रहे हैं बाकी मैं ये कहना चाहूँगा ऐसी कोई पैनिक सिचुएशन नहीं है नॉर्मल उनका क्या नाम है मेरा नाम हरिश्चंद्र है और अमित बोलते हैं मेरी घरवाली का नाम रूबी देवी है क्या हुआ कब की बात है ये सुबह 7 बजे से 10 मिनट पहले की बात होगी 7 बजे जब हम लोग काम कर रहे थे तो बाहर निकले थोड़ा तो एक लड़का बोला कुछ महक रहा है तो हम दोनों भी देखे तो कुछ महक आ रही थी नमक जैसा तो हम कहा चलो महक आ रही है तो मैं कहा चलो थोड़ा दूर हो जाते हैं जब थोड़ा दूर हुए
तो महक थोड़ा कम हुई, तो फिर हम थोड़ा वहाँ से हट गए और दोबारा दुकान के पास आए तो महक नहीं थी। उसके बाद मैं क्या किया, घरवाली को ना दूसरे के घर जाके छोड़ दिया कि चलो वहाँ आराम करो। जब वहाँ पे वो गई तो उनको वहाँ पे वो महक थी ना, जो बदबू थी ना, वो उसके आते रहा मन में, और बाहर एक बार आया तो उसको कहा कि इसे बदबू आ रही है मुझे। जब उसको बदबू आ रही तो वो बेहोश होने लगी। गर्भवती थी आपकी बीवी? हाँ, गर्भवती है। अच्छा। और अस्पताल लेकर के डॉक्टरों ने कहा, क्या कहा, क्यों बेहोश हुए थे, किस वजह से बेहोश हुए? डॉक्टरों ने बोला कि किसी चीज़ का महक इनको लगा है तो बेहोश हुई है। अच्छा, महक की वजह से उन्होंने कहा। हाँ, महक की वजह से। कितने सुबह कितने बजे का टाइम? 7 बजे की टाइम है। अब हालात कैसे हैं? अब ठीक है। और भी कोई बेहोश हुआ था कि उसके बाद मैं थोड़ी देर के बाद गया है, 1 आध घंटे, अब टाइम नहीं देखा हूँ। राजेश नाम का लड़का अपनी घरवाली को लेके गया है, कविता देवी है, वो भी बेहोश हुई है। हाँ, वो भी उस वाल में। अब ठीक है? अब उनको तो मैं नहीं देखा, अपनी घरवाली को देखा, ठीक है। अब उनकी इलाज चल रही है। जो स्मेल है वो सीवरेज से आ रही थी अब ये नहीं पता सीधे से, लेकिन महक था, नमक जैसा महक था। अच्छा, हाँ, उसकी वजह से बेहोश हुए। आपको भी कोई चक्कर वगैरह आया क्या? नहीं मुझे नहीं आ रहा था, लेकिन बार बार महक नाक में आ रही थी, तो जैसे लग रहा था परिवार में परेशानी। कितने मेंबर थे और आपके साथ में वहाँ पे? हमारे हम थे, हमारी घरवाली थे। बस 2 ही मेंबर थे। हाँ, घर वाली बेहोश होगी तो उसको यहीं पे हो गई थी या हॉस्पिटल में जाए? नहीं यहीं पे हुई थी, थोड़ा आगे जाके उसको जब दूर करते गए अस्पताल, मैं लेके गया अस्पताल उसको। अब कैसी हालात है? अब ठीक है वहाँ पे।